ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਮਾਜ ਸੇਵਾ ਤੇ ਸੰਵਿਧਾਨ ਦੇ ਨਾਲ ਜੁੜ ਰਹੇ ਹੋ ਤੁਸੀਂ। ਇਹ ਭਾਰਤੀ ਸਮਾਜ ਦੀ ਤਰਾਸਦੀ ਕਹੀ ਜਾ ਸਕਦੀ ਆ ਕਿ ਇੱਥੇ ਵੰਡਾਂ ਬਹੁਤ ਨੇ, ਕਿਤੇ ਧਰਮ ਦੀ ਵੰਡ, ਕਿਤੇ ਜ਼ਾਤ ਦੀ ਵੰਡ, ਕਿਤੇ ਅਮੀਰ ਦੀ ਵੰਡ, ਕਿਤੇ ਗਰੀਬ ਦੀ ਵੰਡ, ਪਰ ਇੱਕ ਵੰਡ ਬੜੀ ਤਰਾਸਦੀ ਪੂਰਵਕ ਵੰਡ ਹੈ। ਉਹ ਵੰਡ ਹੈ ਇੱਕ ਚੰਗੇ ਭਲੇ ਮਨੁੱਖ, ਇੱਕ ਤੰਦਰੁਸਤ ਮਨੁੱਖ ਔਰ ਇੱਕ ਉਹ ਮਨੁੱਖ ਜਿਹੜਾ ਸਿਹਤ ਦੇ ਤੌਰ ਤੇ, ਖਾਸ ਤੌਰ ਦੇ ਉੱਤੇ ਮਾਨਸਿਕ ਸਿਹਤ, ਮੈਂਟਲ ਹੈਲਥ ਦੇ ਤੌਰ ਦੇ ਉੱਤੇ ਜਿਹੜਾ ਬਿਮਾਰ ਹੈ, ਉਸ ਦੇ ਵਿੱਚ ਵੀ ਵੰਡੀਆਂ ਪਾਈਆਂ ਹੋਈਆਂ ਨੇ। ਉਹਨਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਹੈ ਕਿਸ ਦੀ ਹੈ? ਸੰਵਿਧਾਨ ਸਾਫ਼ ਤੌਰ ਦੇ ਉੱਤੇ ਸਰਕਾਰਾਂ ਨੂੰ ਆਰਟੀਕਲ 100 ਦੇ ਰਾਹੀਂ ਇਹ ਹੁਕਮ ਦਿੰਦਾ ਹੈ ਕਿ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਜਿਹੜੇ ਵਿਅਕਤੀ ਫਿਜ਼ੀਕਲੀ ਡਿਸੇਬਲ ਹੋ ਚੁੱਕੇ ਨੇ ਜਾਂ ਜਿਹੜੇ ਵਿਅਕਤੀ ਮਾਨਸਿਕ ਤੌਰ ਦੇ ਉੱਤੇ ਬਿਮਾਰ ਹੋ ਚੁੱਕੇ ਨੇ, ਜਿਨ੍ਹਾਂ ਦੀ ਮੈਂਟਲ ਹੈਲਥ ਕੰਡੀਸ਼ਨ ਜਿਹੜੀ ਉਹ ਸਟੇਬਲ ਨਹੀਂ ਹੈ, ਸੰਤੁਲਿਤ ਨਹੀਂ ਹੈ, ਉਹਨਾਂ ਦੀ ਸਾਂਭ ਸੰਭਾਲ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ। ਪਰ ਸਰਕਾਰਾਂ ਇਹ ਗੱਲਾਂ ਕਹਿ ਕੇ ਪੱਲਾ ਝਾੜ ਲੈਂਦੀਆਂ ਨੇ ਕਿ ਸਰਕਾਰਾਂ ਕੋਲ ਲੋੜੀਂਦੇ ਸਾਧਨ ਨਹੀਂ ਹਨ। ਜੇ ਅਰਬਾਂ ਰੁਪਏ ਦੇ ਬਜਟਾਂ ਵਾਲੀਆਂ ਸਰਕਾਰਾਂ ਕੋਲ ਲੋੜੀਂਦੇ ਸਾਧਨ ਨਹੀਂ ਹਨ ਤਾਂ ਫਿਰ ਝਾਕ ਰੱਖੀ ਜਾਂਦੀ ਹੈ ਕਿਸੇ ਐਸੀ ਸੰਸਥਾ ਦੇ ਉੱਤੇ ਜਿਹੜੀ ਸੰਸਥਾ ਨਿਸ਼ਕਾਮ ਸੇਵਾ ਨਿਭਾ ਰਹੀ ਹੋਵੇ, ਜਿਹੜੀ ਸੰਸਥਾ ਇਹ ਦੇਖ ਰਹੀ ਹੋਵੇ ਕਿ ਸਮਾਜ ਦੇ ਵਿੱਚ ਇਹ ਰੁਲ ਰਹੇ ਨਾਗਰਿਕਾਂ ਦੀ ਬਿਹਤਰੀ ਲਈ ਜਾਂ ਉਹਨਾਂ ਨੂੰ ਮੁੜ ਤੋਂ ਸਿਹਤਯਾਬ ਕਰਨ ਦੇ ਲਈ ਕੀ ਕੀਤਾ ਜਾ ਸਕਦਾ ਜਾਂ ਕੁਝ ਕਰੀਏ। ਸਰਕਾਰਾਂ ਫਿਰ ਕੀ ਕਰਦੀਆਂ ਨੇ ਕਿ ਉਹਨਾਂ ਦੇ ਬਿਜਲੀ ਪਾਣੀ ਦੇ ਕਨੈਕਸ਼ਨ ਵੀ ਕੱਟ ਦਿੰਦੀਆਂ ਨੇ, ਜਿਹੜੀਆਂ ਸੰਸਥਾਵਾਂ ਸਰਕਾਰਾਂ ਦੀ ਜ਼ਿੰਮੇਵਾਰੀ ਆਪਣੇ ਪੱਧਰ ਤੇ ਨਿਭਾ ਰਹੀਆਂ ਨੇ। ਪ੍ਰਭ ਆਸਰਾ ਸੰਸਥਾ ਦੇ ਵਿੱਚ ਅੱਜ ਇੱਕ ਜਾਗਰਤੀ ਪ੍ਰੋਗਰਾਮ ਰੱਖਿਆ ਗਿਆ ਕਿ ਮੈਂਟਲ ਹੈਲਥ ਜਦੋਂ ਡਿਸੇਬਲ ਹੁੰਦੀ ਹੈ ਜਾਂ ਉਸ ਦੀ ਪਹੁੰਚ ਅਸੰਤੁਲਿਤ ਹੁੰਦੀ ਹੈ ਤਾਂ ਉਸ ਵਿਅਕਤੀ ਨਾਲ ਕਿਵੇਂ ਪੇਸ਼ ਆਉਣਾ, ਉਸ ਵਿਅਕਤੀ ਨੂੰ ਕਿਵੇਂ ਟਰੀਟ ਕਰਨਾ ਹੈ। ਭਾਈ ਸ਼ਮਸ਼ੇਰ ਸਿੰਘ ਜੀ ਅਤੇ ਉਹਨਾਂ ਦਾ ਪੂਰਾ ਪਰਿਵਾਰ ਪ੍ਰਭ ਆਸਰਾ ਸੰਸਥਾ ਦੇ ਰਾਹੀਂ ਇਸ ਸੇਵਾ ਨੂੰ ਨਿਭਾ ਰਿਹਾ ਹੈ। ਉਹਨਾਂ ਦੇ ਇਸ ਪਰਿਵਾਰ ਦੇ ਵਿੱਚ ਬਹੁਤ ਸਾਰੇ ਦਾਨੀ ਸੱਜਣ ਜੁੜੇ ਨੇ ਜਿਨ੍ਹਾਂ ਨੂੰ ਸਮਾਜ ਦੇ ਇਹਨਾਂ ਪ੍ਰਾਣੀਆਂ ਦਾ ਦਰਦ ਹੈ, ਜਿਹੜੇ ਪ੍ਰਾਣੀ ਆਪਣੀ ਇੱਕ ਵੱਖਰੀ ਜੀ ਪਹੁੰਚ ਰੱਖਦੇ ਹੈ। ਆਓ ਸਟੇਜ ਦੇ ਉੱਤੋਂ ਬੁਲਾਰਿਆਂ ਤੋਂ ਵੀ ਸੁਣਾਂਗੇ ਕਿ ਇਹ ਸਮਾਜ ਸੇਵਾ ਤੇ ਸੰਵਿਧਾਨਕ ਰੂਪ ਦੇ ਵਿੱਚ ਉਹਨਾਂ ਦੇ ਲਈ ਆਪਾਂ ਕੀ ਕਰ ਸਕਦੇ ਹਾਂ ਜਾਂ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ। ਸ਼ਮਸ਼ੇਰ ਸਿੰਘ ਜੀ ਨੂੰ ਵੀ ਸੁਣਾਂਗੇ। ਬੱਚਿਆਂ ਦੀਆਂ ਕੁਝ ਪਰਫਾਰਮੈਂਸਿਸ ਹੋਣਗੀਆਂ, ਉਹ ਬੱਚੇ ਜਿਹੜੇ ਮਾਨਸਿਕ ਤੌਰ ਦੇ ਉੱਤੇ ਜਾਂ ਸਰੀਰਕ ਤੌਰ ਦੇ ਉੱਤੇ ਅਸੰਤੁਲਿਤ ਨੇ। ਆਓ ਪ੍ਰਭ ਆਸਰਾ ਸੰਸਥਾ ਦੇ ਵਿੱਚ ਮੈਂਟਲ ਹੈਲਥ ਯਾਨੀ ਕਿ ਮਾਨਸਿਕ ਸਿਹਤ ਨੂੰ ਲੈ ਕੇ, ਉਸ ਦੀ ਸਾਂਭ ਸੰਭਾਲ ਨੂੰ ਲੈ ਕੇ, ਜ਼ਿੰਮੇਵਾਰੀਆਂ ਨੂੰ ਲੈ ਕੇ ਜਿਹੜੀ ਅੱਜ ਦੀ ਇਹ ਕਨਵੋਕੇਸ਼ਨ ਹੋ ਰਹੀ ਹੈ, ਜਿਹੜਾ ਇਹ ਅੱਜ ਦਾ ਪ੍ਰੋਗਰਾਮ ਹੋ ਰਿਹਾ, ਉਹ ਪ੍ਰੋਗਰਾਮ ਸਿੱਧੇ ਤੌਰ ਦੇ ਉੱਤੇ ਤੁਹਾਡੇ ਨਾਲ ਸਾਂਝਾ ਕਰਾਂਗੇ। ਆਓ ਚੱਲਦੇ ਹਾਂ ਤੇ ਦੇਖਦੇ ਹਾਂ ਇਹ ਪ੍ਰੋਗਰਾਮ ਇਹਨਾਂ ਖਾਸ ਪ੍ਰਾਣੀਆਂ ਦੇ ਲਈ। ਅੱਜ ਪ੍ਰਭ ਆਸਰਾ ਸੰਸਥਾ ਦੇ ਵਿੱਚ ਨਿਆਸਰਾਂ ਦੇ ਆਸਰਿਆਂ ਵਾਲੀ ਸੰਸਥਾ ਦੇ ਵਿੱਚ ਪਹੁੰਚੇ ਹੋਏ, ਇਕੱਤਰ ਹੋਏ ਸਾਰੇ ਹੀ ਸਹਿਯੋਗੀ, ਸਾਰੇ ਹੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਇਹ ਹੈ ਕਿ ਇਹ ਸੰਸਥਾ ਨੂੰ ਜਿਸ ਤਰੀਕੇ ਨਾਲ ਸਰਦਾਰ ਸ਼ਮਸ਼ੇਰ ਸਿੰਘ ਜੀ ਤੇ ਮੈਡਮ ਰਜਿੰਦਰ ਕੌਰ ਜੀ ਚਲਾ ਰਹੇ ਹੈ, ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹੈ। ਇਹ ਅੱਜ ਦੇ ਸਮਾਜ ਦੇ ਵਿੱਚ ਜਦੋਂ ਕੁਝ ਲੋਕਾਂ ਨੂੰ ਸਾਡਾ ਸਮਾਜ ਦਰਕਾਰ ਦਿੰਦਾ ਹੈ, ਉਹ ਜਿਹੜੇ ਦਰਕਾਰੇ ਹੋਏ ਲੋਕ ਹੈ ਉਹਨਾਂ ਨੂੰ ਸੰਭਾਲਣ ਵਾਸਤੇ ਇਹ ਸੰਸਥਾ ਕੰਮ ਕਰ ਰਹੀ ਹੈ, ਬਹੁਤ ਵਧੀਆ ਕੰਮ ਕਰ ਰਹੀ ਹੈ। ਰੱਖ ਹੌਸਲਾ ਕਰ ਫਤਿਹ ਦੁਨੀਆ, ਦੁੱਖ ਸੁੱਖ ਤੇ ਤਾਣਾ ਬਾਣਾ ਹੈ, ਜੋ ਡਿੱਗਦੇ ਨੇ ਉਹ ਢਹਿ ਜਾਂਦੇ, ਚੱਲ ਜ਼ਮਾਨੇ ਨਾਲ ਕਿ ਅਜੇ ਤੂੰ ਇਤਿਹਾਸ ਬਣਾਉਣਾ ਹੈ। ਮੈਂ 100 ਸੂਰਜਾਂ ਦੇ ਸੇਕ ਜਹੀ, ਅਜੇ ਮੈਂ ਆਪਣੇ ਚਾਨਣ ਨਾਲ ਜਗ ਨੂੰ ਰੋਸ਼ਨਾਉਣਾ ਹੈ। ਅੱਜ ਦਾ ਜਿਹੜਾ ਦਿਨ ਨੇ ਉਹ ਮੈਂਟਲ ਹੈਲਥ ਅਵੇਅਰਨੈਸ ਮੰਥ ਜਿਹੜਾ ਮਹੀਨਾ ਚੱਲ ਰਿਹਾ ਹੈ, ਸੋ ਉਹਦੇ ਇਵਜ਼ ਦੇ ਵਿੱਚ ਇਹਨਾਂ ਨੇ ਮਨਾਇਆ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਇਹ ਹੈ ਕਿ ਇੱਕ ਤੇ ਇਹ ਵੇਲਾ ਆ ਗਿਆ ਜਦੋਂ ਮੈਂਟਲ ਹੈਲਥ ਐਕਟ ਸਰਕਾਰ ਨੂੰ ਲਾਗੂ ਕਰਨਾ ਚਾਹੀਦਾ ਹੈ। ਇਹ ਬੜਾ ਇੰਪੋਰਟੈਂਟ ਹੈ ਕਿ ਇਹਨੂੰ ਲੀਗਲਾਈਜ਼ਡ ਕੀਤਾ ਜਾਏ, ਇਹਦਾ ਇੱਕ ਲਾਅ ਬਣਾਇਆ ਜਾਏ ਤਾਂ ਕਿ ਸਿਰਫ ਪ੍ਰਭ ਆਸਰਾ ਨੂੰ ਹੀ ਇਹ ਜ਼ਿੰਮੇਵਾਰੀ ਨਾ ਦਿੱਤੀ ਜਾਏ ਕਿ ਕਿਧਰੇ ਵੀ ਕੋਈ ਬੰਦਾ ਡਿੱਗਿਆ ਹੁੰਦਾ ਹੈ। ਮੈਂ ਹਰ ਵਾਰ ਆਉਂਦੀ ਹਾਂ ਤੇ ਭਾਜੀ ਮੈਨੂੰ ਵਿਖਾਉਂਦੇ ਕਿ 5 ਜਣੇ ਨਵੇਂ ਆਏ ਨੇ, ਇਹ ਬੱਚੇ ਕੋਈ ਜੰਮ ਕੇ ਛੱਡ ਗਿਆ ਹੈ ਤੇ ਇਹ ਸਾਡੇ ਕੋਲ ਆਏ ਨੇ। ਇਹ ਬੜੀ ਸਾਡੇ ਸਮਾਜ ਦੇ ਲਈ ਇੱਕ ਬੜੀ ਵੱਡੀ ਗੱਲ ਹੈ ਕਿ ਭਾਜੀ ਸ਼ਮਸ਼ੇਰ ਵਰਗੇ, ਭੈਣ ਜੀ ਵਰਗੇ ਲੋਕ ਜਿਹੜੇ ਨੇ ਇਸ ਸਮਾਜ ਦੇ ਵਿੱਚ ਨੇ। ਇੱਕ ਵਾਰੀ ਸੋਚ ਕੇ ਦੇਖੋ, ਅਗਰ ਇਹੋ ਜਿਹੇ ਇਹ ਇੱਕ ਤਰ੍ਹਾਂ ਦੀ ਸੰਸਥਾ ਇਸ ਮੁਹਾਲੀ ਚੋਂ, ਖਰੜ ਚੋਂ ਅਸੀਂ ਡਿਲੀਟ ਕਰ ਦਈਏ ਤੇ ਇੰਨੇ ਇਹ ਸਾਰੇ ਲੋਕ ਸੜਕਾਂ ਤੇ ਖੜੇ ਹੋਣ ਤੇ ਤੁਹਾਡਾ ਨਿਜ਼ਾਮ ਕਿੱਥੇ ਜਾ ਕੇ ਬੈਠੇਗਾ?
ਸੋ ਇਹ ਜ਼ਿੰਮੇਵਾਰੀ ਬਣਦੀ ਸਾਡੀ ਸਾਰਿਆਂ ਦੀ ਕਿ ਅਸੀਂ ਜਿੱਥੇ थोड़ा बहुत ह्यूमन टच इन्होंने बच्चों को मैं तो बहुत ज्यादा आनी हाँ महीने पिछों 2 महीने जो मैंने समा मिलता है मतलब मैं कोई यहो जिहा मौका नहीं खुंजदी इन्होंने होर किसी चीज़ की लोड़ नहीं है क्योंकि भाजी हुणी इन्हां दी बेसिक नीड्स मैनूं लगदा समाज च भावें सरकार पूरी करे ना करे ये इन्हां दी रोटी कपड़ा मकान शैल्टर दी ये मालक ने इन्हां दी ड्यूटी लाई है नहीं तो बंदा 2 बंदियां नूं घर नहीं रख सकता। सो मेरी अज दे इस मौके ते यही बेनती है सरकार नूं सब तो वड्डी कि सरकार नूं बहुत जरूरी चाहिए कि जिथे असीं बहुत सारे होर काम कर रहे हैं नवीं सरकार बनी है तो मैनूं भाई भगवंत होना तो बहुत उम्मीदां ने कलाकार ने दिल दे विच सूखमता ही रखते हैं भावनावां रखते हैं मैं उन्हां नाल बड़ा काम कीता है बड़े बड़े बरीक बंदे ने दिल तो सूखम बंदे ने कि जरूर इस एक्ट नूं ते मैंटल हैल्थ नूं एक स्टेट लेवल दे उत्ते जरूर एक पावरफुल एक एक्ट बनान एक लीगलाइज्ड करन ताकि ये बच्चे थां थां ते या माँ प्यो तुसीं एडे एडे वड्डे बंदे ਜਦੋਂ ਉਹਨਾਂ ਦੀ ਵਿਚਾਰਿਆਂ ਦੀ ਉਹ ਬੰਦਾ ਨਾ ਉਸੇ ਬੰਦੇ ਤੋਂ ਡਰਦਾ ਜਿਹਦੀ ਤਾਕਤ ਹੁੰਦੀ ਹੈ ਜਦੋਂ ਪਿਓ ਬੜਾ ਸ਼ੇਰ ਹੁੰਦਾ ਨਾ ਸਾਰੇ ਬੱਚੇ ਚੋਰੀ ਲੰਘਦੇ ਨੇ ਤੇ ਮੈਂ ਉਹ ਵੀ ਟਾਈਮ ਦੇਖਿਆ ਕਿ ਉਹ ਬੱਬਰ ਸ਼ੇਰ ਬੰਦਾ ਜਿਹੜਾ ਪਿਓ ਹੁੰਦਾ ਨਾ ਘਰ ਦਾ ਉਹਦੀ ਜਦੋਂ ਪਾਵਰ ਘਟ ਜਾਂਦੀ ਤੇ ਬੱਚਿਆਂ ਦੇ ਹੱਥ ਉਹ ਕਹਿੰਦੇ ਬਾਬੂ ਤੂੰ ਚੁੱਪ ਕਰਕੇ ਬਹਿ ਜਾ ਜਿਹਦੀ ਬੜਕ ਤੋਂ ਬੱਚੇ ਡਰਦੇ ਹੁੰਦੇ ਨੇ उस वक्त उन्होंने चीज़ की लोड़ नहीं होंगी तो उदों फिर हार के प्रभ आसरा तो बिना उन्होंने कोई होर थां नहीं होंदा। सो तुसी जदों भी समाज के सारे मीडिया बहुत सारा बैठा होया मैं उहदे जरिए यही कहना चाहनी हाँ कि जरूर आया करो इन्होंने होर किसी चीज़ की बेशक कोई चीज़ ना लैके आओ पर आते जाते इन्हों की पिठ ते थापी जरूर दे के जाया करो। घट्टो घट्ट असी शमशेर भाजी होना दे पैरां वर्गा भी काम नहीं कर सकते पर मेरी हमेशा एक कोशिश होंदी है कि इन्ना तो कर ही सकते हैं ना कि आके हाँ का नारा इन्होंने बच्चों के नाल खड़े होकर उन्होंने सिर ते हथ रख दिए इन्नी इंसानियत असीं जरूर जिउंदी रखिए कि इहदे विच कोई पैसा नहीं लगता कोई एफर्ट नहीं लगता। सो मेरी बेनती है सारिआं नूं कि असी जिथे इस संस्था नूं वड्डा करना भाजी शमशेर होना दे नाल हर जगह दे उत्ते जिथे चंगा माड़ा समा आउंदा इन्हां दे नाल खड़े होना उत्थे इन्हां बच्चिआं नूं भी असी मुहब्बत दा निग जरूर देना इन्हां दे भैन भरा बन के इन्हां दे माँ प्यो बन के जिन्नी को भी साडी समर्था है उहदे नाल जरूर खड़े होवो। बहुत बहुत धन्नवाद तुसीं सारे आए हो इस संस्था वालों बहुत मेहरबानी शमशेर भाई दी हमेशा इज्जत देंगे। थैंक यू। आज जिस मिशन के लिए आप इकट्ठे हुए हैं वो है मैंटल हेल्थ एक्ट। सरकार जिहड़ी है उहदे बहुत ज़्यादा फर्ज ने पर फर्ज सरकार जिहड़ी है अपने कोई भी आप सरकार तो लेना है सरकार नहीं देंदी वो आपां नूं लेना किवें मिलेगा वो आपां नूं सरकार ते एक प्रैशर ग्रुप बनाना पैंदा है जिहदे नाल सरकार जिहड़ी है जिहदी कि आप अज शुरुआत की है फस्ट पहला स्टैप आपने शुरू किया तुसी बड़ी गिनती च सरदार शमशेर सिंह जी का हौसला बढ़ाने लिए आए हो। एडा वड्डा प्रभु आसरा चलाना यदा खर्चा बहुत ज़्यादा है जो कि आमदन बड़ी घट है वो कई बार यहो जे मैंटल लोग ही आते हैं जिन्होंने PGI या होर बहुत बड़े बड़े डॉक्टर को दिखाना पैंदा है तो उत्थे खर्चा बहुत ज़्यादा होता है। सो इसलिए आपां सरकार को आप अपील करांगे फस्ट स्टैप बाय स्टैप पहला डिमांड रखांगे फिर फीडबैक होएगी फिर लोगों की अपने नाल शमूलीयत होएगी आखिरकार आपां माइंड दे विच रखना पएगा कि आपां ने इस एक्ट नूं लागू जरूर कराउणा। अपने लघेमिਆਂ ਦੇ ਵਿੱਚੋਂ टाइम ਕੱਢ ਕੇ ਤੁਸੀਂ छोटे छोटे बच्चों को आशीर्वाद देने वास्ते पहुंचे हो ਤੁਹਾਡੀ हाजरी वैसे लग चुकी है सारिਆਂ ਨੂੰ पता कि यह 2 लाइनां बयान करदियां ने सामने वालियां कि ਅਸੀਂ किस गल वास्ते अज इकट्ठे होए हैं। मानसिक रोगों तो पीड़ित नागरिकों को रोलन तो बचाना है सरकारों तो मैंटल हैल्थ एक्ट लागू करवाना है ਅਸੀਂ उस विच अपना बनदा योगदान पाउणा है। योगदान तुहाडा तुसीं इन्ने रजेमिਆਂ ਦੇ ਵਿੱਚੋਂ ਇਹਨਾਂ ਬੱਚਿਆਂ ਨੂੰ आशीर्वाद देने वास्ते पहुंच गया तुहाडा। सो एक बच्ची के ख्याल छोटी धी ध्याणी के ख्याल अपने माँ बाप वास्ते मानक साहब का एक गीत जे आग्या होवे तुहाडे नाल छोटा जिहा साझा करांगा। हो भूर पिया
ਜਾਣੇ ਕਾਨੂੰ ਮਾਏ ਵਿੱਚ ਬਾਗੀ ਅੰਬੀਆਂ ਪੱਕੀਆਂ ਅੱਗ ਦੇ ਭਾਂਬੜ ਵਰਗੀਆਂ ਧੀਆਂ ਨੀ ਤੂੰ ਸਾਂਭ ਬੁਕਲ ਵਿੱਚ ਰੱਖੀਆਂ ਹੋ ਗਿਣਵੇਂ ਦਿਨਾਂ ਦੀਆਂ ਸਾਂਝਾਂ ਬੇਬਾਬਲ ਅਸੀਂ ਸਿਦਕਾਂ ਨਾਲ ਨਿਭਾਈਆਂ ਕੂੰਜਾਂ ਵਾਂਗ ਪਰਾਉਣੀਆਂ ਧੀਆਂ ਵੇ ਤੇਰੇ ਵੇਲੇ ਦੋ ਦਿਨ ਆਈਆਂ। ਚਾਦਰ ਕੱਢਦੀ ਧੀ ਧਿਆਣੀ ਦੇ ਆਪਣੇ ਮਾਂ-ਬਾਪ ਬਾਰੇ ਕੀ ਖਿਆਲ ਨੇ? ਹੋ ਮੈਂ ਚਾਦਰ ਕੱਢਦੀ ਨੀ ਵਿੱਚ ਪਾਵਾਂ ਚਿੜੀਆਂ ਮੈਂ ਚਾਦਰ ਕੱਢਦੀ ਨੀ ਵਿੱਚ ਪਾਵਾਂ ਚਿੜੀਆਂ ਮੇਰੇ ਤੁਰ ਜਾਣ ਦੀਆਂ ਘਰ ਗੱਲਾਂ ਛਿੜੀਆਂ ਸਹੁਰੇ ਕਰ ਜਾਣ ਦੀਆਂ ਘਰ ਗੱਲਾਂ ਛਿੜੀਆਂ ਬਾਦਲ ਪਿਆ ਸੋਚੀ ਨੀ ਉਹਨੇ ਭਰੀਆਂ ਅੱਖੀਆਂ ਅਮੜੀ ਵੀ ਲਕੋਵੇ ਨੀ ਮੈਥੋਂ ਹੋ ਕੇ ਹਵਾ ਅਮੜੀ ਵੀ ਲਕੋਵੇ ਨੀ ਮੈਥੋਂ ਹੋ ਕੇ ਫਾਵਾ ਮੈਂ ਚਾਦਰ ਕਰਦੀ ਨੀ ਗਿਣ ਟੋਪੇ ਪਾਵਾਂ ਟੋਪੇ ਪਾਵਾਂ ਟੋਪੇ ਪਾਵਾਂ ਮੈਂ ਚਾਦਰ ਕਰਦੀ ਨੀ ਗਿਣ ਟੋਪੇ ਪਾਵਾਂ ਹੋ ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ ਹੋ ਚਿੜੀਆਂ ਦੀ ਚੂੰ ਚੂੰ ਨੀ ਤੋਤਿਆਂ ਦੀ ਟਕਣੀ ਚਿੜੀਆਂ ਦੀ ਚੂੰ ਚੂੰ ਨੀ ਤੋਤਿਆਂ ਦੀ ਟਕਣੀ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਇੱਕ ਧੀ ਧਿਆਣੀ ਜਿੰਨੀ ਮਰਜ਼ੀ ਘਰੋਂ ਦਾ ਬਾਬਲ ਗਰੀਬ ਹੋਵੇ ਭਾਵੇਂ ਸਾਈਕਲ ਰੱਖਣ ਦੀ ਹੈਸੀਅਤ ਨਾ ਰੱਖਦਾ ਹੋਵੇ ਪਰ ਆਪਣੇ ਬਾਬਲ ਤੇ ਮਾਣ ਹੁੰਦਾ ਕਿ ਮੇਰੇ ਵਾਸਤੇ ਮੇਰਾ ਬਾਬਲ ਰੇਲਾਂ ਤੱਕ ਰੁਕਵਾ ਸਕਦਾ। ਮੈਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਬੇਲਾਂ ਪਾਵਾਂ ਬੇਲਾਂ ਪਾਵਾਂ ਬੇਲਾਂ ਪਾਵਾਂ ਬੇਲਾਂ ਮੈਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਬੇਲਾਂ ਸਾਡੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ ਮੇਰਾ ਧਰਮੀ ਬਾਬਲ ਨੀ ਦੇਸਾਂ ਦਾ ਰਾਜਾ ਮੇਰਾ ਧਰਮੀ ਬਾਬਲ ਨੀ ਦੇਸਾਂ ਦਾ ਰਾਜਾ ਨੀ ਮੈਂ ਆਖ ਕੇ ਬਾਪੂ ਨੂੰ ਰੇਲਾਂ ਰੁਕਵਾਵਾਂ ਉਹ ਨੀ ਮੈਂ ਕਹਿ ਕੇ ਬਾਬਲ ਨੂੰ ਰੇਲਾਂ ਰੁਕਵਾਵਾਂ। ਸ਼ੁਕਰੀਆ ਥੈਂਕ ਯੂ 2-2 ਮਿੰਟ ਵਾਸਤੇ ਬੱਚਿਆਂ ਨੇ ਹੁਕਮ ਕੀਤਾ ਸੀ ਸੋ ਇੰਨੀ ਕੁ ਹਾਜ਼ਰੀ ਮੇਰੀ ਵੀ ਪ੍ਰਵਾਨ ਕਰਿਓ ਜੀ ਥੈਂਕ ਯੂ। ਤਖਤਾਂ ਤੇ ਤਾਜਾਂ ਲਈ ਪੈਸੇ ਤੇ ਪਦਾਰਥ ਲਈ ਆਪਣੇ ਤੇ ਆਪਣਿਆਂ ਲਈ ਤਾਂ ਕੋਸ਼ਿਸ਼ ਸਾਰੇ ਹੀ ਕਰਦੇ ਨੇ ਪਰ ਸਲੂਟ ਹੈ ਤੁਹਾਡੀਆਂ ਭਾਵਨਾਵਾਂ ਨੂੰ ਤੁਸੀਂ ਉਹਨਾਂ ਪੀੜਤ ਨਾਗਰਿਕਾਂ ਲਈ ਆਪਣੇ ਸਮਾਜਿਕ ਪਰਿਵਾਰ ਦੇ ਮੈਂਬਰਾਂ ਦੇ ਲਈ ਇੱਕ ਬਿਹਤਰ ਤੇ ਖੁਸ਼ਹਾਲ ਸਮਾਜ ਦੇ ਲਈ ਅੱਜ ਕੋਸ਼ਿਸ਼ ਕਰ ਰਹੇ ਹੈ ਤੇ ਆਪਣਾ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ ਹੋ ਜਿਹੜੇ ਸਾਰੇ ਹੀ ਅਲੱਗ-ਅਲੱਗ ਖੇਤਰਾਂ ਦੇ ਵਿੱਚ ਸੇਵਾਵਾਂ ਨਿਭਾਉਣ ਵਾਲੀਆਂ ਮਹਾਨ ਸ਼ਖਸੀਅਤਾਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਇੱਥੇ ਪਹੁੰਚੇ ਹੋ। ਆਓ ਸਭ ਤੋਂ ਪਹਿਲਾਂ ਆਪਾਂ ਸਿਰਜਣਹਾਰ ਉਸ ਮਾਲਕ ਨੂੰ ਜਿਹਨੇ ਸਿਰਜਿਆ ਕੁੱਲ ਜਹਾਨ ਸਭ ਤੋਂ ਪਹਿਲਾਂ ਆਓ ਆਪਾਂ ਕਰੀਏ ਉਹਨੂੰ ਸਲਾਮ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਉਹਨਾਂ ਦੇ ਸੰਬੰਧ ਵਿੱਚ ਗੱਲ ਹੋ ਰਹੀ ਹੈ ਜਿਨ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਹੈ ਕਹਿੰਦੇ ਅਸੀਂ ਵੀ ਹੱਸਦੇ ਵਸਦੇ ਸੀ ਇਹਨਾਂ ਦੁਨੀਆ ਦੇ ਇਨਸਾਨਾਂ ਵਿੱਚ ਸਾਡੀਆਂ ਖੁਸ਼ੀਆਂ ਖੋ ਗਈਆਂ ਖੁਦਗਰਜ਼ ਇਨਸਾਨਾਂ ਵਿੱਚ ਸਾਡਾ ਵੀ ਇੱਕ ਘਰ ਹੁੰਦਾ ਸੀ ਜਿੱਥੇ ਖੁਸ਼ੀਆਂ ਨਾਲ ਅਸੀਂ ਰਹਿੰਦੇ ਸੀ ਪਰ ਅੱਜ ਕਿਸੇ ਪਰੇਸ਼ਾਨੀ ਕਰਕੇ ਅੱਜ ਸਾਡੀ ਹਾਲਤ ਹੈ ਉਹ ਵਿਗੜ ਗਈ ਹੈ ਜਿਹੜੇ ਸਾਡੇ ਸੀ ਨਾ ਉਹ ਅੱਜ ਸਾਨੂੰ ਪਾਗਲ ਪਾਗਲ ਕਹਿੰਦੇ ਨੇ। ਇਸ ਕਰਕੇ ਜਿਹੜਾ ਅੱਜ ਮੈਂਟਲ ਹੈਲਥ ਅਵੇਅਰਨੈਸ ਮੰਥ ਦੇ ਉੱਤੇ ਅੱਜ ਆਪਾਂ ਨੇ ਕੋਸ਼ਿਸ਼ ਕੀਤੀ ਹੈ ਜੋ ਆਪ ਸਭ ਸਮਾਜਦਾਰੀ ਸੱਜਣ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਸ ਘਰ ਦਾ ਨੀਂਹ ਪੱਥਰ ਰੱਖਿਆ ਗਿਆ ਉਸ ਮਾਲਕ ਦਾ ਓਟ ਆਸਰਾ ਤੱਕ ਤੇ ਆਪ ਸਭ ਦੇ ਸਹਿਯੋਗ ਦੇ ਨਾਲ ਜਿਸ ਦੇ ਵਿੱਚ ਬਹੁਤ ਕੁਝ ਪਹਿਲਾਂ ਵੀਰ ਜੀ ਹੋਣਾ ਨੇ ਜਿਵੇਂ ਕਿਹਾ ਵੀ ਗੱਲ ਕਹਿਣ ਵਾਲੀ ਰਹਿ ਤਾਂ ਕੋਈ ਵੀ ਨਹੀਂ ਗਈ ਤੇ ਇਸ ਦੇ ਵਿੱਚ ਅਸੀਂ ਪਹਿਲਾਂ ਵੀ ਜਿਵੇਂ ਡਾਕਟਰ ਸਾਹਿਬ ਵੀ ਗੱਲ ਕਰਕੇ ਗਏ ਹੈ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਦੇ ਬਹੁਤ ਹੀ ਐਕਸਪੀਰੀਅੰਸ
ਸਾਂਝੇ ਕੀਤੇ ਕਿ ਸਾਡੀਆਂ ਜ਼ਿੰਮੇਵਾਰੀਆਂ ਕਿਉਂ ਵੱਧ ਗਈਆਂ। ਕਿਉਂਕਿ ਪਹਿਲਾਂ ਜਿਹੜੇ ਫੈਮਲੀਆਂ ਸੀ ਉਹ ਇਕੱਠੀਆਂ ਹੁੰਦੀਆਂ ਸੀ, ਕੋਈ ਵੀ ਕਿਸੇ ਨੂੰ ਸਰੀਰਕ ਤੇ ਮਾਨਸਿਕ ਪ੍ਰੋਬਲਮ ਹੁੰਦੀ ਸੀ, ਪਰਿਵਾਰਾਂ ਵੱਲੋਂ ਇੱਕ ਦੂਜੇ ਦਾ ਸਹਿਯੋਗ ਹੋ ਜਾਂਦਾ ਸੀ। ਪਰ ਅੱਜ ਕੱਲ ਜਿਹੜਾ ਹੈਗਾ ਉਹ ਬਣਤਰ ਬਦਲ ਗਈ ਹੈ। ਪਰਿਵਾਰ ਜਿਹੜੇ ਹੈਗੇ ਆ ਉਹ ਇਕੱਠੇ ਨਹੀਂ ਹੈਗੇ, ਜਿਸ ਕਰਕੇ ਕਿਸੇ ਵੇਲੇ ਵੀ ਜਦੋਂ ਵੀ ਕੋਈ ਆਪਣੇ ਪਰਿਵਾਰ ਦੇ ਮੈਂਬਰ ਨੂੰ ਇਹੋ ਜਿਹੀ ਸਮੱਸਿਆ ਕੋਈ ਮਾਨਸਿਕ ਸਰੀਰਕ ਬਣ ਜਾਂਦੀ ਹੈ, ਉਸ ਵੇਲੇ ਉਹਨੂੰ ਲੋੜੀਂਦੀ ਸਪੋਰਟ ਨਾ ਮਿਲਣ ਕਰਕੇ ਆਪਣੇ ਘਰ ਦੇ ਵਿੱਚ ਇਗਨੋਰ ਹੋ ਜਾਂਦਾ ਹੈ, ਜਿਹਦੀ ਆਪਣੀਆਂ ਹੱਡ ਬੀਤੀਆਂ ਇੱਥੇ ਬਹੁਤ ਜ਼ਿਆਦਾ ਹੈ। ਤੇ ਇਸ ਕਰਕੇ ਜਦੋਂ ਹਾਲਾਤ ਐਸੇ ਹੋਣ ਵੀ ਘਰਦਿਆਂ ਵੱਲੋਂ ਵੀ ਲੋੜੀਂਦੀ ਸਪੋਰਟ ਉਸ ਵੇਲੇ ਨਾ ਮਿਲੇ ਬਹੁਤ ਸਾਰੇ ਕਾਰਨਾਂ ਕਰਕੇ, ਤੇ ਉਸ ਵੇਲੇ ਫਿਰ ਸਮਾਜ ਦੇ ਵਿੱਚ ਜੋ ਸਾਡੀਆਂ ਸਰਕਾਰਾਂ ਹੈ ਉਹਨਾਂ ਦੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ। ਤੇ ਸਾਡੀ ਵੀ ਸਾਰੀ ਜੋ ਇੱਕ ਬਹੁਤ ਹੀ ਸਮਾਜ ਦੇ ਜ਼ਿੰਮੇਵਾਰ ਸਭ ਆਪ ਸ਼ਖਸੀਅਤਾਂ ਬੈਠੀਆਂ ਹੈ, ਸਾਡੀ ਸਾਰਿਆਂ ਦੀ ਵੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਤੇ ਇਸ ਕਰਕੇ ਅਸੀਂ ਮਤਲਬ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਮੈਂਟਲ ਹੈਲਥ ਐਕਟ ਜਿਹੜਾ 1987 ਦਾ ਬਣਿਆ, 35 ਸਾਲ ਪਹਿਲਾਂ ਬਣਿਆ, ਵੀ ਇਸ ਨੂੰ ਤੁਰੰਤ ਲਾਗੂ ਕਰਨ ਵਾਸਤੇ ਇੱਕ ਬੋਰਡ ਬਣਨਾ ਚਾਹੀਦਾ ਹੈ। ਇਹ ਹਵਾ 'ਚ ਨਹੀਂ ਰਹਿਣਾ ਚਾਹੀਦਾ। ਬੜੀ ਸਿੰਸੀਅਰਟੀ ਦੇ ਨਾਲ, ਬੜੀ ਗੰਭੀਰਤਾ ਨਾਲ ਇਸ ਵੇਲੇ ਸਮਾਜ ਦੇ ਜੋ ਬਣ ਚੁੱਕੇ ਹਾਲਾਤ ਹੈ, ਕੀ ਹਾਲਾਤ ਹੈ ਇਹ, ਜੇ 0.5% ਵੀ ਅਸੀਂ ਲਾ ਲਈਏ, ਤੁਸੀਂ ਸਾਰੇ ਸੂਝਵਾਨ ਬੈਠੇ ਹੋ, ਜੇ ਆਪਾਂ ਪੰਜਾਬ ਦਾ ਗੱਲ ਕਰੀਏ, ਜੇ ਪਾਪੂਲੇਸ਼ਨ ਜਿਹੜੀ ਹੈਗੀ ਹੈ ਮੰਨ ਲਓ 2 ਕਰੋੜ ਦਾ 0.5% ਵੀ ਲਾ ਲਈਏ, ਜਿਹਦੇ ਨਾਲ ਮੈਨੂੰ ਲੱਗਦਾ ਐਕਸਪਰਟ ਸਾਡੇ ਸਹਿਮਤ ਨਹੀਂ ਹੋਣਗੇ, 0.5% ਵੀ ਲਾ ਲਈਏ, 1 ਲੱਖ ਨਾਗਰਿਕ ਹੈ ਜਿਨ੍ਹਾਂ ਨੂੰ ਤੁਰੰਤ ਹਸਪੀਟਲਾਈਜ਼ ਕਰਨ ਦੀ ਲੋੜ ਹੈ। ਤੇ ਨਹੀਂ ਕੀ ਹੋਏਗਾ, ਉਹ ਸੁਸਾਈਡ ਕਰਨਗੇ, ਜਿਹੜੇ ਕਿ ਸਾਨੂੰ ਨਹਿਰਾਂ ਦੇ ਵਿੱਚੋਂ ਜਿਨ੍ਹਾਂ ਦੀਆਂ ਬੋਡੀਆਂ ਤੈਰਦੀਆਂ ਤੇ ਅਲੱਗ-ਅਲੱਗ ਜਗ੍ਹਾ ਤੇ ਰਾਤਾਂ ਨੂੰ 2-2 ਵਜੇ ਫੋਨ ਆਉਂਦੇ ਆ ਕਿ ਮਾਤਾ ਜੀ ਸਾਡੀ ਸੁਸਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਹ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਇਆ, ਬੜੇ ਇਸ ਤਰ੍ਹਾਂ ਦੇ ਫੋਨ ਆਉਂਦੇ ਆ। ਕਈ ਵਾਰ ਬਿਰਧ ਮਾਤਾ ਵੱਲੋਂ ਫੋਨ ਆਉਂਦਾ ਕਿ ਬੱਚੇ ਦੇ ਐਸੇ ਹਾਲਾਤ ਹੈ। ਤੇ ਇਹ ਹਾਲਾਤ ਜਿਹੜੇ ਸਾਡੇ ਸਾਹਮਣੇ ਬਣ ਚੁੱਕੇ ਹੈ, ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ। ਮੈਂਟਲ ਜਿਹੜੀ ਸਾਡੀ ਹੈਲਥ ਹੈ, ਜਿਵੇਂ ਕਿ ਜਦੋਂ ਗੱਲ ਹੈਲਥ ਦੀ ਆਉਂਦੀ ਹੈ, ਬੜੀ ਕਲੀਅਰ ਜੀ ਗੱਲ ਹੈਗੀ ਵੀ ਉਸ ਵੇਲੇ ਸਾਡੇ ਸਾਹਮਣੇ ਆ ਜਾਂਦਾ ਹੈ ਇੱਕ ਸਰੀਰ ਤੇ ਇੱਕ ਸਾਡਾ ਜਿਹੜਾ ਮਨ, ਮੈਂਟਲ ਹੈਲਥ ਤੇ ਫਿਜ਼ੀਕਲ ਹੈਲਥ। ਚਲੋ ਹੋਰ ਵੀ ਬਹੁਤ ਸਾਰੀਆਂ ਹੈਗੀਆਂ, ਕਿਉਂਕਿ ਇਸ ਦੇ ਵਿਸ਼ੇ ਦੇ ਉੱਤੇ ਡਾਕਟਰ ਸਾਹਿਬ ਨੇ ਕਾਫੀ ਗੱਲ ਕਰ ਲਈ ਹੈ। ਪਰ ਇਸ ਵੇਲੇ ਸਾਡਾ ਐਕਸਪੀਰੀਅੰਸ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ, ਮੀਡੀਆ ਦੇ ਸਹਿਯੋਗ ਦੇ ਨਾਲ, ਬਹੁਤ ਸਾਡੇ ਵੀਰਾਂ ਦੇ ਸਹਿਯੋਗ ਦੇ ਨਾਲ, ਕਿ ਜਿਸ ਦੇ ਨਾਲ ਥੋੜੀ ਜੀ ਹੈਲਪ ਦੇ ਨਾਲ ਹੀ ਡਾਕਟਰ ਇੰਪਰੂਵ ਹੋ ਗਏ, ਹਫ਼ਤੇ ਵਿੱਚ ਹੋ ਗਏ। ਬੜੇ ਪ੍ਰੋਫੈਸਰ, ਲੈਕਚਰਰ ਜਿਹੜੇ ਹੈਗੇ ਆ, ਸੀਨੀਅਰ ਅਧਿਕਾਰੀ ਜਿਹੜੇ ਕਿ ਸਟੇਟ ਲੈਵਲ ਦੀਆਂ ਸੇਵਾਵਾਂ ਨਿਭਾ ਰਹੇ ਸੀ, ਉਹ ਬੜੀ ਜਲਦੀ ਇੰਪਰੂਵ ਹੋਏ ਹੈ। ਇਹਦਾ ਮਤਲਬ ਕੀ ਹੈ ਵੀ ਮੌਕੇ ਤੇ ਜੇਕਰ ਨਾਗਰਿਕ ਨੂੰ ਸੰਭਾਲਿਆ ਜਾ ਸਕੇ ਤੇ ਬੜੀ ਜਲਦੀ ਇੰਪਰੂਵ ਹੋ ਕੇ ਉਹ ਫੇਰ ਇੱਕ ਤਾਂ ਜ਼ੁਲਮਾਂ ਦਾ ਸ਼ਿਕਾਰ ਹੋਣ ਤੋਂ ਬਚ ਜਾਂਦਾ। ਜਿਹੜੇ ਬਾਰ-ਬਾਰ ਸਾਨੂੰ ਜਦੋਂ ਅਸੀਂ ਉਹਨਾਂ ਨੂੰ ਦਰਦ ਭਰੀਆਂ ਕਹਾਣੀਆਂ ਪੁੱਛਦੇ ਆਂ ਵੀ ਤੁਸੀਂ ਇੰਨੀ ਦੇਰ ਸੜਕਾਂ ਤੇ ਕਿਵੇਂ, ਚਲੋ ਜਦੋਂ ਸਾਡੇ ਕੋਲ ਕੋਈ ਪਾਗਲ ਕਹਿ ਕੇ ਦਾਖਲ ਕਰਾ ਗਏ ਸੀ ਕਿ ਪਾਗਲ ਕਿਉਂ ਕਹਿੰਦੇ ਹੋ, ਵੀ ਸਟ੍ਰੈਸ ਹੈ, ਇਸ ਦੇ ਕਾਰਨ ਕੋਈ ਵੀ ਡਿਪਰੈਸ਼ਨ ਜਾ ਸਕਦਾ ਹੈ। ਤੇ ਇੱਕ ਤਾਂ ਸਾਨੂੰ ਇਸ ਗੱਲ ਤੇ ਵੀ ਬੜਾ ਅਫਸੋਸ ਹੈ ਕਿ ਸਾਡੇ ਸਾਥੀਆਂ ਨੂੰ, ਸਾਡੇ ਸਮਾਜਿਕ ਪਰਿਵਾਰ ਦੇ ਮੈਂਬਰਾਂ ਨੂੰ ਤੇ ਪਾਗਲ ਕਹਿ ਕੇ ਇਹ ਸ਼ਬਦ ਜਿਹੜਾ ਹੈਗਾ ਇੱਕ ਬਹੁਤ ਵੱਡੀ ਗਾਲ ਕੱਢੀ ਜਾਂਦੀ ਹੈ। ਵੀ ਇਸ ਦੇ ਉੱਤੇ ਸਰਕਾਰ ਨੂੰ ਬੇਨਤੀ ਹੈ, ਮੈਨੂੰ ਲੱਗਦਾ ਸਾਰੇ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਵੀ ਇਹ ਸ਼ਬਦ ਬੈਨ ਹੋਣਾ ਚਾਹੀਦਾ ਹੈ। ਸਾਨੂੰ ਆਪਣਾ ਪਾਗਲਪਨ ਪਛਾਣਨਾ ਚਾਹੀਦਾ ਹੈ। ਉਹ ਤਾਂ ਇੱਕ ਐਸੀ ਬਿਮਾਰੀ ਹੈ, ਇੱਕ ਐਸੀ ਡਿਜ਼ੀਜ਼ ਹੈ ਜਿਹੜੀ ਕਿ ਹਾਲਾਤਾਂ ਨੇ ਕੁਝ ਐਸੇ ਜਿਹੜੇ ਹਾਲਾਤ ਬਣ ਗਏ ਜਿਨ੍ਹਾਂ ਨੇ ਉਹਨਾਂ ਨੂੰ ਮਤਲਬ ਕਹਿ ਲਓ ਡਿਪਰੈਸ਼ਨ ਦੇ ਵਿੱਚ ਧੱਕ ਦਿੱਤਾ। ਇਹਨਾਂ ਨੂੰ ਪਾਗਲ ਕਹਿਣ ਦੇ ਉੱਤੇ ਮੈਨੂੰ ਲੱਗਦਾ ਵੀ ਤੁਰੰਤ ਬੈਨ ਕਰਨਾ ਚਾਹੀਦਾ ਹੈਗਾ। ਪਰ ਸਾਡੇ ਕੋਲ ਲਿਖ ਕੇ ਜਦੋਂ ਲੈਟਰਸ ਆਉਂਦੇ ਆ ਜਿਨ੍ਹਾਂ ਦੇ ਉੱਤੇ ਇਹ ਚੀਜ਼ਾਂ ਲਿਖੀਆਂ ਹੁੰਦੀਆਂ ਹੈ, ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਵੀ ਅਸੀਂ ਮਹਾਰਾਜ ਕਹਿੰਦੇ ਬਿਨ ਨਾਮੈ ਜਗ ਕਮਲਾ ਫਿਰੇ, ਅਸੀਂ ਆਪਣੇ ਪਾਗਲਪਨ ਨੂੰ ਪਛਾਣੀਏ, ਇਹਨਾਂ ਨੂੰ ਥੋੜਾ ਜਿਹਾ ਠੀਕ ਹੋਣ ਦਾ ਮੌਕਾ ਦਈਏ। ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਰਲ ਮਿਲ ਕੇ ਆਪਾਂ ਨੂੰ ਕੋਸ਼ਿਸ਼ ਕਰਨ ਦੀ ਲੋੜ ਹੈ, ਜਿਵੇਂ ਲਿਖਿਆ ਹੋਇਆ ਹੈ ਵੀ ਰੁਲ ਰਹੇ ਬੱਚੇ, ਔਰਤਾਂ ਤੇ ਬਜ਼ੁਰਗਾਂ ਦੀਆਂ ਜਾਨਾਂ ਨੂੰ ਬਚਾਉਣਾ ਹੈ। ਆਪਾਂ ਨੇ ਸਾਰਿਆਂ ਦੀ ਡਿਊਟੀ ਬਣਦੀ ਹੈ। ਜਿੱਥੇ ਸਰਕਾਰ ਦੀ ਸੰਵਿਧਾਨਿਕ ਡਿਊਟੀ ਬਣਦੀ ਹੈ ਤੇ ਉੱਥੇ ਸਾਡੀ ਸਾਰਿਆਂ ਦੀ ਨੈਤਿਕ ਡਿਊਟੀ ਆਪਾਂ ਨੇ ਕੋਸ਼ਿਸ਼ ਕਰਨੀ ਹੈ। ਪਰ ਇਹ ਸੰਸਥਾਵਾਂ ਜਿਹੜੀਆਂ ਹੁੰਦੀਆਂ ਨਾ, ਸਰਕਾਰਾਂ ਦਾ ਸਬਸਟੀਟਿਊਟ ਨਹੀਂ ਹੁੰਦੀਆਂ। ਤੇ ਇਹ ਤਾਂ ਕੋਈ ਸਪੋਰਟ, ਜਿਵੇਂ ਕੁਝ ਜਿਹੜੀਆਂ ਹੈਗੀਆਂ ਜੇ ਕਮੇਟੀਆਂ ਬਣ ਜਾਣ ਜ਼ਿਲ੍ਹਾ ਪੱਧਰ ਤੇ ਕੁਝ ਪਰਸੈਂਟੇਜ ਦੇ ਵਿੱਚ ਰਿਲੀਫ ਮਿਲ ਸਕਦੀ ਹੈ। ਵੀ ਆਪਾਂ ਨੇ ਸਰਕਾਰਾਂ ਤੋਂ ਸੋਸ਼ਲ ਸਿਕਿਉਰਿਟੀ ਜਿਹੜੀ ਹੈਗੀ ਹੈ ਮਿਲਣੀ ਚਾਹੀਦੀ ਹੈ। ਐਕਟ 1995 ਦਾ ਬਣਿਆ ਹੋਇਆ ਤੇ ਇਸ ਕਰਕੇ ਐਕਟ ਅਮੈਂਡ ਹੁੰਦੇ ਰਹਿੰਦੇ ਆ, ਪਰ ਉਹਨਾਂ ਦੇ ਲਈ ਕੋਈ ਡੈਜ਼ਿਗਨੇਟਿਡ ਏਜੰਸੀ ਅਪਾਇੰਟ ਨਹੀਂ ਹੁੰਦੀ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਲਵੇ ਤੇ ਉਹਨਾਂ ਲਈ ਲੋੜੀਂਦਾ ਇਨਫਰਾਸਟ੍ਰਕਚਰ ਤੇ ਜਿਹੜੀ ਐਂਬੂਲੈਂਸ ਹੈਗੀ ਹੈ ਉਹਨਾਂ ਨੂੰ ਚੱਕੇ ਤੇ ਹਸਪੀਟਲ ਉਹਨਾਂ ਨੂੰ ਰਿਸੀਵ ਕਰੇ। ਐਕਟ ਦੇ ਵਿੱਚ ਬੜਾ ਕਲੀਅਰ ਹੈ, ਤੁਸੀਂ ਕੋਈ ਵੀ ਖੋਲ ਕੇ ਦੇਖੋਗੇ ਉਹਦੇ ਵਿੱਚ ਇਹਨਾਂ ਐਕਟਾਂ ਦੇ ਪ੍ਰਤੀ ਬੜਾ ਕੁਝ ਲਿਖਿਆ ਹੈ। ਤੇ ਆਪਾਂ ਸਾਰੇ ਰਲ ਮਿਲ ਕੇ ਬੇਨਤੀ ਕਰ ਰਹੇ ਹਾਂ ਕਿ ਉਹਦੇ ਵਿੱਚ ਅਸੀਂ ਆਪਣਾ ਬਣਦਾ ਯੋਗਦਾਨ ਪਾਉਣਾ ਹੈ, ਪਾ ਰਹੇ ਹਾਂ ਤੇ ਇਸ ਵੱਡੇ ਪੱਧਰ ਤੇ ਹੋਰ ਵੀ ਪਾਉਣ ਲਈ ਤਿਆਰ ਹਾਂ। ਸਾਰੇ ਹੀ ਤਿਆਰ ਹੈ, ਪਰ ਸਾਰੇ ਹੀ ਲੱਗੇ ਹੋਏ ਆ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਕਿ ਤੇ ਇਸ ਤਰ੍ਹਾਂ ਹੀ ਮਾਨਸਿਕ ਰੋਗਾਂ ਤੋਂ ਪੀੜਤ ਨਾਗਰਿਕਾਂ ਨੂੰ ਰੋਲਣ ਤੋਂ ਬਚਾਉਣਾ ਹੈ।
ਰੋਲ ਤੋਂ ਬਚਾਵਾਂਗੇ ਕਿੱਦਾਂ ਜਦੋਂ ਮੈਂਟਲ ਹੈਲਥ ਐਕਟ ਲਾਗੂ ਹੋਊਗਾ? ਲਾਗੂ ਕਿੱਦਾਂ ਹੋਊਗਾ ਜਦ ਤੱਕ ਬੋਰਡ ਨਹੀਂ ਬਣਿਆ? ਕਿੰਨੇ ਸਾਲ ਹੋ ਗਏ? 35 ਸਾਲ ਹੋ ਗਏ। ਕਿੰਨਾ ਕੁਝ ਬਦਲ ਗਿਆ 35 ਸਾਲ ਦੇ ਵਿੱਚ। ਅਸੀਂ ਹੱਥ ਬੰਨ੍ਹ ਕੇ ਰਿਕੁਐਸਟ ਕਰਦੇ ਹਾਂ ਵੀ ਇਹਦੇ ਵਿੱਚ ਅਸੀਂ ਆਪਣਾ ਬਣਦਾ ਯੋਗਦਾਨ ਵੀ ਪਾਉਣਾ ਹੈ, ਪਾ ਰਹੇ ਹਾਂ ਤਾਂ ਅਸੀਂ ਹੋਰ ਵੀ ਪਾਵਾਂਗੇ, ਪਰ ਕੋਸ਼ਿਸ਼ ਕਰਦੇ ਹਾਂ ਵੀ ਇਹ ਅਸੀਂ ਕੋਈ ਆਓ ਰਲ ਮਿਲ ਕੇ ਜਿਵੇਂ ਸਾਰੀ ਸੰਗਤ ਦੀ ਜਿਹੜੀ ਇਹੀ ਮੈਂ ਜਿਹਨਾਂ ਦਾ ਮੈਸੇਜ ਦੇ ਰਿਹਾ ਕਿ ਬਣਾਈਏ ਇੱਕ ਕਾਫਲਾ ਨਿਆਰਾ, ਤਾਂ ਜੋ ਮੈਂਟਲ ਹੈਲਥ ਐਕਟ ਲਾਗੂ ਹੋ ਜਾਵੇ ਸਾਡਾ, ਤੇ ਜਿਹੜੀਆਂ ਰੁਲਦੀਆਂ ਜਾਨਾਂ ਨੂੰ ਜਿਹੜੇ ਕਿ ਠੀਕ ਹੋਣ ਦਾ ਮੌਕਾ ਨਹੀਂ ਮਿਲਦਾ, ਤਰਸ ਰਹੇ ਹੈ ਰੀਹੈਬਿਲਿਟੇਸ਼ਨ ਦੇ ਮੌਕੇ ਨੂੰ, ਇਲਾਜ ਦੇ, ਤੇ ਉਹਨਾਂ ਨੂੰ ਮਿਲ ਸਕੇ ਸਹਾਰਾ। ਤੇ ਇਸ ਕਰਕੇ ਐਕਟ ਨੂੰ ਲਾਗੂ ਕਰਨ ਲਈ ਸਰਕਾਰ ਜਿਹੜੀ ਹੈ ਉਹਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਉਹ ਇਸ ਐਕਟ ਨੂੰ ਲਾਗੂ ਕਰਨ ਦੇ ਲਈ ਕੋਈ ਡੈਜ਼ਿਗਨੇਟਡ ਜਿਹੜੀ ਐਸੀ ਏਜੰਸੀ ਅਪਾਇੰਟ ਕਰੇ, ਬੋਰਡ ਬਣਾਵੇ। ਇਸ ਨੂੰ ਗੰਭੀਰਤਾ ਨਾਲ ਸਰਕਾਰ ਨੂੰ ਵਿਚਾਰ ਕੇ ਇਹਦੇ ਲਈ ਤੁਰੰਤ ਜਿਹੜਾ ਬੋਰਡ ਬਣਨਾ ਚਾਹੀਦਾ ਹੈ, ਤੇ ਇਹਦੇ ਲਈ ਜ਼ਿੰਮੇਵਾਰ ਕੋਈ ਏਜੰਸੀ ਜਿਹੜੀ ਹੈਗੀ ਹੈ ਅਪਾਇੰਟ ਹੋਣੀ ਚਾਹੀਦੀ ਹੈ, ਤੇ ਐਂਬੂਲੈਂਸ ਉਹਨੂੰ ਕੋਈ ਵੀ ਸਰਕਾਰ ਦੀ ਤੇ ਸਟੇਟ ਦੀ ਰਿਫਿਊਜ਼ ਨਾ ਕਰੇ। ਹਸਪੀਟਲ ਬਿਨਾਂ ਸ਼ਰਤੇ, ਮੈਂ ਨਹੀਂ ਕਹਿ ਰਿਹਾ, ਆਲਰੇਡੀ ਬਣਿਆ ਹੋਇਆ ਸਾਰਾ ਕੁਝ, ਕਾਗਜ਼ਾਂ ਵਿੱਚ ਸਭ ਕੁਝ ਹੈਗਾ, ਕਿ ਹਸਪੀਟਲ ਜਿਹੜਾ ਹੈਗਾ ਉਸ ਨੂੰ ਬਿਨਾਂ ਸ਼ਰਤ ਤੋਂ ਰਿਸੀਵ ਕਰੇਗਾ ਤੇ ਉਹਨੂੰ ਮੈਡੀਕਲ ਅਸੈਸਮੈਂਟ ਅਟੈਂਸ਼ਨ ਦੇਗਾ, ਉਹਦੀ ਡਾਇਗਨੋਸ ਬਣਾਏਗਾ, ਉਹਨੂੰ ਟ੍ਰੀਟਮੈਂਟ ਤੇ ਪਾਏਗਾ, ਜੇ ਵਾਰਸ ਮਿਲ ਗਏ ਹੈ ਉਹਨਾਂ ਦੇ ਹਵਾਲੇ ਕਰੇਗਾ, ਤੇ ਫਿਰ ਮੈਜਿਸਟ੍ਰੇਟ ਨੇ ਜਿਸ ਤਰੀਕੇ ਨਾਲ ਵੀ ਲੋੜ ਹੈਗੀ ਹੈ ਹਾਲਾਤਾਂ ਮੁਤਾਬਕ ਵਾਰਸਾਂ ਦੇ ਹਵਾਲੇ ਕਰਨਾ ਹੈ। ਕੋਈ ਮੁਸ਼ਕਲ ਆ ਰਹੀ ਹੈ, ਨਹੀਂ ਵਾਰਸਾਂ ਦਾ ਪਤਾ ਲੱਗ ਰਿਹਾ, ਫਿਰ ਜਿਹੜੇ ਰੀਹੈਬ ਸੈਂਟਰ ਹੈ, ਮੈਂਟਲ ਹੈਲਥ ਐਸਟੈਬਲਿਸ਼ਮੈਂਟ ਹੈ, ਉਹਨਾਂ ਦੇ ਵਿੱਚ ਉਹਨੂੰ ਦਾਖਲ ਕਰਾਉਣਾ ਹੈ। ਇੱਕ ਤੇ ਮਤਲਬ ਬਜ਼ੁਰਗ ਮੈਨੂੰ ਕਹਿਣ ਲੱਗਿਆ, ਕਹਿੰਦਾ ਹੇ ਮਾਲਕ, ਉਹ ਬੜਾ ਗਾਇਆ ਉਹਨੇ ਮਸਤੀ 'ਚ, ਕਹਿੰਦਾ ਹੇ ਮਾਲਕ ਤੇਰੇ ਘਰ ਤਾਂ ਤੇਰੇ ਨਾਂ ਤੇ ਘਰ ਤਾਂ ਰੋਜ਼ ਨਵੇਂ ਨਵੇਂ ਬਣ ਰਹੇ ਆ, ਪਰ ਬੰਦੇ ਤੇਰੇ ਜਿਹੜੇ ਨਿਆਸਰੇ ਉਹ ਰੋਲ ਕੇ ਮਰ ਰਹੇ ਆ। ਤੇਰੇ ਘਰਾਂ ਨੂੰ ਸੋਨਾ ਲਾ ਲਾ ਕੇ ਸ਼ਿੰਗਾਰਿਆ ਜਾ ਰਿਹਾ, ਪਰ ਬੰਦਾ ਤੇਰਾ ਬੇਬਸ ਤੇ ਲਾਚਾਰ ਜਿਹੜਾ ਨਿਆਸਰਾ ਉਹ ਦੁਰਕਾਰਿਆ ਜਾ ਰਿਹਾ। ਕੈਸਾ ਧਰਮ ਹੈ, ਰੂਹਾਨੀਅਤ ਕੈਸੀ ਹੈ, ਕੈਸੀ ਸਮਾਜ ਸੇਵਾ, ਇਨਸਾਨੀਅਤ ਕੈਸੀ ਹੈ, ਵੀ ਦਇਆ ਵਿੱਚੋਂ ਧਰਮ ਜਨਮ ਲੈਂਦਾ ਹੈ, ਵੀ ਦਇਆ ਦਾ ਕਾਲ ਵੱਧਦਾ ਜਾ ਰਿਹਾ ਹੈ। ਅੱਜ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਤੇ ਇੱਕ ਇਨਸਾਨ ਹੈ, ਲੋਕਤੰਤਰ ਦੇਸ਼ ਦੇ ਵਿੱਚ ਵੀ ਇਨਸਾਨ ਬੇਬਸ ਤੇ ਲਾਚਾਰ ਹੋ ਗਿਆ, ਉਹ ਰੋਲ ਕੇ ਮਰਦਾ ਜਾ ਰਿਹਾ। ਕੋਈ ਢੋਈ ਮਿਲਦੀ ਨਹੀਂ, ਭੁੱਖੇ ਪਿਆਸੇ ਥਾਂ ਥਾਂ ਰੁਲਦੇ, ਇਲਾਜ ਬਿਨਾਂ ਲੱਖਾਂ ਛੱਡ ਦੁਨੀਆ ਨੂੰ ਤੁਰਦੇ। ਪਰ ਮੈਨੂੰ ਆਸ ਹੈ ਵੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜੇ ਇਲਾਜ ਤੋਂ ਬਿਨਾਂ ਉਸ ਨੀਲੀ ਛੱਤ ਅੱਤ ਦੀ ਗਰਮੀ, ਸਰਦੀ, ਹਨੇਰੀਆਂ, ਝੱਖੜਾਂ 'ਚ ਭੁੱਖੇ ਪਿਆਸੇ ਰੁਲਦੇ ਹੈ, ਤੇ ਮੈਨੂੰ ਲੱਗਦਾ ਉਹਨਾਂ ਨੂੰ ਬੜੀ ਜਲਦੀ ਜਿਹੜਾ ਤੁਹਾਡੇ ਵੱਲੋਂ ਮਾਰਿਆ ਹੋਇਆ ਹਾਂ ਦਾ ਨਾਰਾ, ਕਿਉਂਕਿ ਤੁਸੀਂ ਭਾਈ ਸਾਹਿਬ ਨੇ ਬਹੁਤ ਕੁਝ ਕਹਿ ਦਿੱਤਾ, ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ। ਹਾਂ ਦਾ ਨਾਰਾ ਮਲੇਰਕੋਟਲੇ ਦੇ ਨਵਾਬ ਨੇ ਮਾਰਿਆ ਸੀ, ਅੱਜ ਤੱਕ ਸਲਾਮ ਕਰਦੇ ਹਾਂ ਤੁਹਾਡੇ ਵੱਲੋਂ ਹਾਂ ਦਾ ਨਾਰਾ ਇਹਨਾਂ ਬੇਬਸ ਤੇ ਲਾਚਾਰ ਨਿਆਸਰੇ ਪ੍ਰਾਣੀਆਂ ਲਈ, ਨਿਆਸਰੇ ਕੇ ਆਸਰਾ ਗੁਰੂ, ਨਿਆਸਰੇ ਪ੍ਰਾਣੀਆਂ ਲਈ ਤੁਸੀਂ ਹਾਂ ਦਾ ਨਾਰਾ ਮਾਰਦੇ ਆ ਰਹੇ ਆ, ਤੇ ਮੈਨੂੰ ਆਸ ਹੈ ਵੀ ਇਹਨਾਂ ਲਈ ਜਿਹੜੀਆਂ ਇਹ ਸਮੱਸਿਆਵਾਂ ਜਲਦੀ ਹੱਲ ਹੋਣਗੀਆਂ, ਪਰ ਇੰਨੀਆਂ ਸੌਖੀਆਂ ਵੀ ਨਹੀਂ ਹੈਗੀਆਂ। ਇੰਨਾ ਸੌਖਾ ਵੀ ਨਾ ਸਮਝੀਏ, ਸ਼ੁਰੂਆਤ ਕੀਤੀ ਆਪਾਂ ਨੇ, ਇਸ ਕੰਮ ਦੀ ਸ਼ੁਰੂਆਤ ਕੀਤੀ ਹੈ। ਸਾਰੀ ਸੰਗਤ ਜਿਹੜੇ ਵੀ ਬਹੁਤ ਸਮਾਜਦਾਰ ਦੀ ਸੱਜਣ ਹੈ, ਮਤਲਬ ਉਹਨਾਂ ਦਾ ਇਹੀ ਮੰਨਣਾ ਹੈ ਵੀ ਇਹ ਸ਼ੁਰੂਆਤ ਹੈ। ਹੁਣ ਆਪਾਂ ਨੇ ਵਾਇਸਲੈਸ ਦੀ ਵਾਇਸ ਬਣ ਕੇ, ਮਤਲਬ ਇਹਨਾਂ ਨੂੰ ਬਚਾਉਣ ਦੇ ਲਈ, ਇਹਨਾਂ ਨੂੰ ਜ਼ੁਲਮਾਂ ਦਾ ਸ਼ਿਕਾਰ ਹੋਣ ਤੋਂ, ਤਾਂ ਕਿ ਤੁਰੰਤ ਜਿਹੜੀਆਂ ਦੀ ਹੈਲਪ ਹੋ ਸਕੇ, ਇਹਨਾਂ ਦੇ ਨਾਲ ਹੋ ਰਹੇ ਜ਼ੁਲਮ ਘਟਾਉਣ ਦੇ ਲਈ, ਤੇ ਆਪਾਂ ਨੇ ਸਾਰਿਆਂ ਨੇ ਰਲ ਮਿਲ ਕੇ ਕੋਸ਼ਿਸ਼ ਕਰਨੀ ਹੈ। ਮੈਂਟਲ ਹੈਲਥ ਅਵੇਅਰਨੈਸ ਮੰਥ ਜਿਹੜਾ ਹੈਗਾ ਇਸ ਤੋਂ ਸ਼ੁਰੂ ਕਰਕੇ, ਇਹ ਸ਼ੁਰੂਆਤ ਹੈ, ਨਾ ਕਿ ਇਹਦਾ ਕੋਈ ਅੰਤ ਹੈ। ਅੰਤ ਕਦੋਂ ਹੈ? ਉਦੋਂ ਹੀ ਹੈ ਜਦੋਂ ਕਿ ਸਮੱਸਿਆਵਾਂ ਦੇ ਹੱਲ ਨਿਕਲਣਗੇ। ਅਸੀਂ ਆਪਣੇ ਫਰਜ਼ ਨਿਭਾਉਣੇ ਆ, ਅਸੀਂ ਆਪਣਾ ਯੋਗਦਾਨ ਵੀ ਪਾਉਣਾ ਹੈ, ਪਰ ਸਰਕਾਰ ਤੋਂ ਇਹ ਐਕਟ ਜਿਹੜਾ ਹੈਗਾ ਉਹਦੇ ਲਈ ਬਾਰ-ਬਾਰ ਹੱਥ ਬੰਨ੍ਹ ਕੇ ਅਸੀਂ ਬੇਨਤੀ ਕਰਦੇ ਹਾਂ ਵੀ ਉਹ ਲਾਗੂ ਕਰਾਉਣਾ ਹੈ। ਸਾਨੂੰ ਆਸ ਹੈ ਵੀ ਸਰਕਾਰ ਜਲਦੀ ਇਸ ਨੂੰ ਵਿਚਾਰੇਗੀ ਤੇ ਇਹਨਾਂ ਬੇਬਸ ਤੇ ਲਾਚਾਰ ਲੋਕਾਂ ਦੇ ਲਈ ਜ਼ਰੂਰ ਪ੍ਰਬੰਧ ਬਣਾਏਗੀ ਕਿ ਮਾਨਸਿਕ ਰੋਗਾਂ ਤੋਂ ਪੀੜਤ ਨਾਗਰਿਕਾਂ ਨੂੰ ਰੋਲਣ ਤੋਂ ਬਚਾਉਣਾ ਹੈ। ਸਰਕਾਰਾਂ ਨੂੰ ਬੇਨਤੀ ਹੈ ਕਿ ਮੈਂਟਲ ਹੈਲਥ ਐਕਟ ਲਾਗੂ ਸਰਕਾਰਾਂ ਤੋਂ ਕਰਾਉਣਾ ਹੈ, ਕਿ ਅਸੀਂ ਉਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਹੈ। ਇਹ ਆਪਾਂ ਬਾਰ-ਬਾਰ ਬੇਨਤੀ ਕਰਦੇ ਹਾਂ ਵੀ ਅਸੀਂ ਯੋਗਦਾਨ ਪਾਉਣ ਲਈ ਤਿਆਰ ਹੈ, ਪਾ ਰਹੇ ਹਾਂ, ਜਿੰਨੇ ਜੋਗੀ ਹੈਗੀ ਸੰਗਤ ਜ਼ਰੂਰ ਪਾਏਗੀ, ਪਰ ਤੁਸੀਂ ਆਪਣਾ ਫਰਜ਼ ਜੋ ਵੀ ਪੁਲਿਸ ਡਿਪਾਰਟਮੈਂਟ ਨੂੰ ਸਹੂਲਤਾਂ ਚਾਹੀਦੀਆਂ ਦਿਓ ਤਾਂ ਕਿ ਮੌਕੇ ਤੇ ਉਹ ਸੰਭਾਲ ਸਕੇ। ਜੋ ਹਸਪੀਟਲ ਨੂੰ ਚਾਹੀਦਾ, ਹਸਪੀਟਲ ਦੇ ਵਿੱਚ ਬਹੁਤ ਕੁਝ ਹੈਗਾ ਹੈ, ਪਰ ਕੱਲ ਵੀ ਜੋ ਸਾਡੇ ਕੋਲ ਕੇਸ ਆਇਆ ਉਹਨੂੰ ਫੋਲੋ ਨਹੀਂ ਕੀਤਾ, ਪ੍ਰੋਟੋਕਾਲ ਫੋਲੋ ਨਹੀਂ ਕੀਤਾ ਗਿਆ। ਉਹਨਾਂ ਨੂੰ ਸੈਂਸਿਟਾਈਜ਼, ਸੰਵੇਦਨਸ਼ੀਲ ਬਣਾਉਣ ਦੀ ਲੋੜ ਹੈ। ਵੀ ਇਹ ਸਾਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਰਕਾਰ ਇਸ ਮੈਂਟਲ ਹੈਲਥ ਦੀ ਜੋ ਵੱਡੀ ਸਮੱਸਿਆ ਹੈ, ਮੈਂਟਲ ਹੈਲਥ ਅਵੇਅਰਨੈਸ ਮੰਥ ਦੇ ਉੱਤੇ ਇਹਨੂੰ ਤੁਰੰਤ ਵਿਚਾਰੇ, ਤੇ ਵਿਚਾਰ ਕੇ ਇੱਕ ਲੋੜੀਂਦਾ ਇਹਨਾਂ ਲਈ ਜੋ ਵੀ ਬੋਰਡ ਬਣਾਉਣ ਦੀ ਲੋੜ ਹੈ, ਐਗਜ਼ੀਕਿਊਟ ਇੰਪਲੀਮੈਂਟ ਕਰਨ ਦੀ ਲੋੜ ਹੈ, ਏਜੰਸੀ ਨੂੰ ਇੱਕ ਜ਼ਿੰਮੇਵਾਰੀ ਸੌਂਪਣ ਦੀ ਲੋੜ ਹੈਗੀ ਹੈ, ਉਹ ਜ਼ਰੂਰ ਇਸ ਨੂੰ ਸੌਂਪੇ। ਤੇ ਮੈਂ ਫਿਰ ਦੁਬਾਰੇ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਤੇ परमात्मा की अरदास करते हैं परमात्मा तुहानू सारिआं नू तंदुरुस्ती बख्शे, शक्ति बख्शे, भुल चुक दी खीमा। वाहिगुरू जी का खालसा, वाहिगुरू जी की फतेह।